हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ CDP ਦੇ ਟੌਪ 15 ਕੁਐਸਚਨ ਕਰਾਂਗੇ। ਇਹ ਜੋ MCQ ਹੋਣਗੇ ਨਾਲ ਦੀ ਨਾਲ ਇਹਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਿਓ, ਤਾਂ ਦੇਖਦੇ ਹਾਂ ਵੀ 15 ਵਿੱਚੋਂ ਤੁਹਾਡੇ ਕਿੰਨੇ ਮਾਰਕਸ ਆਉਂਦੇ ਨੇ। ਅਸੀਂ ਨੇ ਸਿੱਖਣ ਵਾਲਾ ਟੌਪਿਕ ਕੰਪਲੀਟ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਅਲੱਗ-ਅਲੱਗ ਕਲਾਸਿਸ ਦੇ ਵਿੱਚ, ਅਤੇ ਇਹ ਸਾਰੇ ਜਿਹੜੇ MCQ ਨੇ ਲਰਨਿੰਗ ਯਾਨੀ ਕਿ ਸਿੱਖਣ ਵਾਲੇ ਟੌਪਿਕ ਦੇ ਨਾਲ ਹੀ ਰਿਲੇਟਡ ਨੇ, ਅਤੇ ਟੌਪਿਕ ਦਾ ਕੋਈ ਵੀ ਪੱਖ ਜਿਹੜਾ ਤੁਹਾਡਾ ਛੁੱਟੇਗਾ ਨਹੀਂ। ਤਾਂ ਸਾਰੀਆਂ ਚੀਜ਼ਾਂ ਨੂੰ ਇਸ MCQ ਵਾਲੀ ਕਲਾਸ ਦੇ ਵਿੱਚ ਅੱਜ ਅਸੀਂ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ, ਸਿੱਖਣ ਵਿੱਚ ਗ੍ਰਹਿਣ ਕਰਨ ਅਤੇ ਧਾਰਨ ਕਰਨ ਦੀ ਸ਼ਕਤੀ ਸ਼ਾਮਲ ਹੈ, ਕਿਸ ਦਾ ਕਥਨ ਹੈ? ਲਰਨਿੰਗ ਇਨਵੋਲਵਸ ਦਾ ਪਾਵਰ ਆਫ ਐਕੁਜੀਸ਼ਨ ਐਂਡ ਰਿਟੈਂਸ਼ਨ। ਤਾਂ ਇਹ ਕਿਸ ਨੇ ਕਹੀ ਹੈ ਇਹ ਗੱਲ, ਇਹ ਅਸੀਂ ਨੇ ਦੱਸਣਾ ਹੈ। ਕੁਝ ਕੀਵਰਡ ਜਿਨ੍ਹਾਂ ਦੀ ਆਪਾਂ ਨੂੰ ਇੰਗਲਿਸ਼ ਦੇ ਵਿੱਚ ਵੀ ਲੋੜ ਪੈਂਦੀ ਹੈ, ਨਾਲ ਅਸੀਂ ਨੇ ਇੰਗਲਿਸ਼ ਦੇ ਵਿੱਚ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਆਪਣੇ ਜਿਹੜੇ ਕੁਐਸਚਨ ਨੇ ਉਹ ਪੰਜਾਬੀ ਦੇ ਵਿੱਚ ਹੀ ਹੋਣਗੇ ਸਾਰੇ, ਪਰ ਕੁਝ ਚੀਜ਼ਾਂ ਜਿੱਥੇ ਆਪਾਂ ਨੂੰ ਨਾਲ ਇੰਗਲਿਸ਼ ਟਰਾਂਸਲੇਸ਼ਨ ਦੀ ਲੋੜ ਪੈਂਦੀ ਹੈ, ਉਹ ਚੀਜ਼ਾਂ ਨੂੰ ਮੈਂ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਤਾਂ ਇਹ ਡਾਇਰੈਕਟ ਫੈਕਚੁਅਲ ਕੁਐਸਚਨ ਹੈ, ਡਾਇਰੈਕਟ ਡੈਫੀਨੇਸ਼ਨ ਹੈ। ਤਾਂ ਇਹ ਡੈਫੀਨੇਸ਼ਨ ਦਿੱਤੀ ਗਈ ਹੈ, ਸਿੱਖਣ ਦੀ ਡੈਫੀਨੇਸ਼ਨ ਹੈ ਜੋ ਕਿ ਸਕਿਨਰ ਦੁਆਰਾ ਦਿੱਤੀ ਗਈ ਹੈ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਓ। ਫਸਟ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋਏਗਾ। ਨਾਲ ਦੀ ਨਾਲ ਕੁਐਸਚਨ ਦਾ ਨੰਬਰ ਪਾ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰੋ, ਜਾਂ ਫਿਰ ਆਪਣੇ ਕੋਲ ਕਾਪੀ 'ਤੇ ਨਾਲ ਦੀ ਨਾਲ ਨੋਟ ਕਰੋ, ਤਾਂ ਕਿ ਬਾਅਦ ਵਿੱਚ ਆਪਾਂ ਚੈੱਕ ਕਰ ਸਕੀਏ ਵੀ ਕਿੰਨੇ ਮਾਰਕਸ ਤੁਹਾਡੇ ਬਣਨਗੇ ਅੱਜ ਦੀ ਕਲਾਸ ਵਿੱਚ। ਹਾਂਜੀ, ਨੈਕਸਟ ਕੁਐਸਚਨ ਦੇਖਦੇ ਹਾਂ। ਤਾਂ ਪ੍ਰਸ਼ਨ ਨੰਬਰ 2 ਹੈ ਜੀ, ਅੰਤਰਦ੍ਰਿਸ਼ਟੀ ਯਾਨੀ ਕਿ ਇਨਸਾਈਟ ਲਰਨਿੰਗ ਸਿੱਖਣ ਦੇ ਨਿਯਮ ਕਿਹੜੇ ਹਨ? ਤਾਂ ਨਿਯਮ ਦੱਸਣੇ ਨੇ ਆਪਾਂ ਨੇ ਕਿਹੜੇ ਕਿਹੜੇ ਨੇ। ਆਪਸ਼ਨ ਫਸਟ ਹੈ ਜੀ, ਸੰਪੂਰਨ ਇਕਾਈ ਦਾ ਨਿਯਮ ਯਾਨੀ ਕਿ ਹੋਲ ਯੂਨਿਟ ਦਾ ਨਿਯਮ, ਸਥਾਨਾਂਤਰਨ ਯਾਨੀ ਕਿ ਟਰਾਂਸਫਰ ਦਾ ਨਿਯਮ, ਜਾਂ ਫਿਰ ਸਿਮਿਲੈਰਿਟੀ ਅਤੇ ਪ੍ਰੋਕਸੀਮਿਟੀ ਸਮਾਨਤਾ ਅਤੇ ਨੇੜਤਾ ਦਾ ਨਿਯਮ, ਜਾਂ ਉਪਰੋਕਤ ਸਾਰੇ। ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਡੀ, ਉਪਰੋਕਤ ਸਾਰੇ। ਤਾਂ ਸਿੰਪਲ ਜਿਹਾ ਕੁਐਸਚਨ ਸੀ, ਅੰਤਰਦ੍ਰਿਸ਼ਟੀ ਵਾਲੀ ਥਿਊਰੀ ਨੂੰ ਆਪਾਂ ਨੇ ਵਧੀਆ ਡਿਟੇਲ ਦੇ ਵਿੱਚ ਸਮਝਿਆ ਸੀ, ਜਿਹਦੇ 'ਚ ਇਹ ਸਾਰੇ ਨਿਯਮ ਹੀ ਆਪਾਂ ਡਿਸਕਸ ਕੀਤੇ ਸੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 3, ਸਿੱਖਣ ਵਿੱਚ ਪੁਨਰਵਲਣ ਯਾਨੀ ਕਿ ਰੀਇਨਫੋਰਸਮੈਂਟ ਦੀ ਮਹੱਤਤਾ ਨੂੰ ਕਿਸ ਮਨੋਵਿਗਿਆਨੀ ਨੇ ਨਕਾਰਿਆ ਹੈ? ਮਤਲਬ ਕਿ ਇਹਨਾਂ 'ਚੋਂ ਬਾਕੀ ਤਿੰਨ ਨੇ ਜਿਹੜੇ ਉਹ ਮੰਨਦੇ ਨੇ ਰੀਇਨਫੋਰਸਮੈਂਟ ਨੂੰ, ਠੀਕ ਹੈ, ਉਹਦੀ ਮਹੱਤਤਾ ਨੂੰ ਜਾਣਦੇ ਨੇ, ਪਰ ਇੱਕ ਹੈ ਜਿਹੜਾ ਉਹ ਇਨਕਾਰਦਾ ਹੈ। ਤਾਂ ਉਹ ਕਿਹੜਾ ਹੈਗਾ? ਠੀਕ ਹੈ, ਤਾਂ ਦੇਖਦੇ ਹਾਂ ਵੀ ਇਨਕਾਰ ਕਿਹੜੇ ਨੇ ਕੀਤਾ ਇਸ ਚੀਜ਼ ਤੋਂ। ਪੈਵਲੋਵ, ਥੋਰਨਡਾਈਕ, ਸਕਿਨਰ ਜਾਂ ਟੋਲਮੈਨ। ਇਹ 4 ਆਪਸ਼ਨ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚੋਂ ਸਾਡਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ ਫੋਰਥ, ਟੋਲਮੈਨ। ਠੀਕ ਹੈ ਜੀ, ਤਾਂ ਟੋਲਮੈਨ ਹੈ ਜਿਹੜਾ ਉਹ ਰੀਇਨਫੋਰਸਮੈਂਟ ਨੂੰ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4, ਸਿੱਖਣ ਪ੍ਰਕਿਰਿਆ ਡੈਸ਼ ਨਹੀਂ ਹੈ। ਸਿੱਖਣ ਪ੍ਰਕਿਰਿਆ ਗੁੰਝਲਦਾਰ ਨਹੀਂ ਹੈ, ਜਾਂ ਫਿਰ ਜੀਵਨ ਭਰ ਚੱਲਣ ਵਾਲੀ ਨਹੀਂ ਹੈ, ਵਿਵਹਾਰ ਪ੍ਰਭਾਵਿਤ ਕਰਨ ਵਾਲੀ ਨਹੀਂ ਹੈ, ਜਾਂ ਫਿਰ ਸਰਲ ਰੇਖੀ ਨਹੀਂ ਹੈ। ਤਾਂ ਦੇਖੋ ਜੀ, ਇਸ ਦੇ ਵਿੱਚੋਂ ਸਭ ਤੋਂ ਜੋ ਬੈਸਟ ਆਪਸ਼ਨ ਆਪਣੇ ਕੋਲ ਰਹੇਗੀ ਇਹ ਹੋਏਗੀ ਡੀ। ਜਿਹੜਾ ਹੀ ਸਿੱਖਣ ਦੀ ਪ੍ਰਕਿਰਿਆ ਯਾਨੀ ਕਿ ਲਰਨਿੰਗ ਪ੍ਰੋਸੈਸ ਹੈ ਕੰਪਲੀਟ ਆਪਣਾ, ਉਹ ਕੀ ਹੈ ਜੀ, ਮਤਲਬ ਕਿ ਐਂ ਨਹੀਂ ਕਹਿ ਸਕਦੇ ਵੀ ਇੱਕ ਲਾਈਨਰ ਹੈ ਉਹ, ਹੈ ਨਾ, ਵੀ ਕਹਿ ਸਕਦੇ ਲੀਨੀਅਰ ਹੈ, ਮਤਲਬ ਕਿ ਇੱਕ ਲਾਈਨ ਦੇ ਵਿੱਚ ਚੱਲਦਾ ਵੀ ਸਿੱਖਣ ਦੀ ਪ੍ਰਕਿਰਿਆ ਜਿਹੜੀ ਇੱਥੇ ਤੋਂ ਸ਼ੁਰੂ ਹੋ ਗਈ ਇੱਦਾਂ ਹੀ ਚੱਲੀ ਜਾਊਗੀ, ਨਹੀਂ ਇੱਦਾਂ ਨਹੀਂ ਹੁੰਦਾ। ਇਹ ਕੀ ਇੱਕ ਗੁੰਝਲਦਾਰ ਪ੍ਰੋਸੈਸ ਹੈ ਜੋ ਉੱਪਰ ਹੇਠਾਂ ਮਤਲਬ ਹੁੰਦਾ ਹੀ ਰਹਿੰਦਾ ਹੈ ਨਾ, ਵੀ ਗੁੰਝਲਦਾਰ ਪ੍ਰੋਸੈਸ ਹੈ, ਪਰ ਜਿਹੜਾ ਸਿੱਖਣ ਹੈ ਉਹ ਚੱਲਦਾ ਤਾਂ ਲਗਾਤਾਰ ਹੈ। ਦੇਖੋ ਇਹ ਵੀ ਸਹੀ ਹੈ, ਅਤੇ ਵਿਵਹਾਰ ਨੂੰ ਪ੍ਰਭਾਵਿਤ ਵੀ ਕਰਦਾ ਹੈ, ਅਤੇ ਇਸ ਤੋਂ ਨਾਲ ਗੁੰਝਲਦਾਰ ਵੀ ਹੈ। ਤਾਂ ਇਹ ਸਾਰੇ ਪੁਆਇੰਟ ਇਹਦੇ ਬਾਰੇ ਸਹੀ ਨਹੀਂ, ਅਤੇ ਇਹਨਾਂ ਨੇ ਨਹੀਂ ਕਿਹਾ ਸੀ ਤਾਂ ਇਹ ਸਰਲ ਰੇਖੀ ਨਹੀਂ ਹੈਗੇ ਆ। ਤਾਂ ਗੁੰਝਲਦਾਰ ਤਾਂ ਹੈਗੀ ਹੈ, ਹੈ ਨਾ, ਵੀ ਇਹ ਪ੍ਰੋਸੈਸ ਇੱਕ, ਅਤੇ ਇਸ ਤਰ੍ਹਾਂ ਇਹ ਇੱਕ ਸਰਲ ਰੇਖੀ ਨਹੀਂ ਹੈਗਾ, ਮਤਲਬ ਇੱਕ ਸਿੱਧੀ ਰੇਖਾ ਦੇ ਵਿੱਚ ਨਹੀਂ ਚੱਲਦਾ। ਪ੍ਰਸ਼ਨ ਨੰਬਰ 5 ਹੈ ਜੀ, ਲਰਨਿੰਗ ਡਿਸੇਬਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਆਪਾਂ ਨੇ ਇਹ ਦੱਸਣਾ ਗਾ, ਹੈਵਾਰਡ ਨੇ ਕੀਤੀ ਸੀ, ਸੈਮੂਅਲ ਕ੍ਰਿਕ ਨੇ ਕੀਤੀ ਸੀ, ਜਾਂ ਫਿਰ ਬੈਨ ਰਿਪਰ ਨੇ ਕੀਤੀ ਸੀ, ਜਾਂ ਵਿਰਿਕ ਨੇ ਕੀਤੀ ਸੀ। ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਏਗਾ, ਡਾਇਰੈਕਟ ਫੈਕਚੁਅਲ ਕੁਐਸਚਨ ਹੈ ਜੀ, ਸੈਮੂਅਲ ਕ੍ਰਿਕ ਨੇ ਇਸ ਦੀ ਸਭ ਤੋਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਯੂਜ਼ ਕੀਤਾ ਸੀ। ਜੋ ਬੱਚੇ ਮਤਲਬ ਸਿੱਖਣ ਦੇ ਵਿੱਚ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਰੁਕਾਵਟਾਂ ਨੇ ਸਿੱਖਣ ਦੇ ਵਿੱਚ, ਉਹਨਾਂ ਦੇ ਲਈ ਲਰਨਿੰਗ ਡਿਸੇਬਲ ਵਰਡ ਜਿਹੜਾ ਉਹ ਯੂਜ਼ ਕੀਤਾ ਸੀ ਫਸਟ ਟਾਈਮ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6, ਵੱਡਾ ਈਜੀ ਜਿਹਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਕ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ? ਤਾਂ ਦੇਖਦੇ ਹਾਂ। ਫਸਟ ਆਪਸ਼ਨ ਹੈ ਜੀ, ਥਕਾਵਟ ਅਤੇ ਉਮਰ। ਥਕਾਵਟ ਅਤੇ ਉਮਰ ਪ੍ਰਭਾਵਿਤ ਕਰਦੇ ਨੇ, ਇਹ ਲਈ ਸ਼ਬਦ ਵੈਸੇ ਹੀ ਪੈ ਗਿਆ ਉਹਨਾਂ ਨਾਲ, ਠੀਕ ਹੈ।
ਉਮਰ ਤੇ ਥਕਾਵਟ ਪ੍ਰਭਾਵਿਤ ਕਰਦੇ ਨੇ। ਬਿਲਕੁਲ ਜੀ, ਸਿੱਖਣਾ ਪ੍ਰਭਾਵਿਤ ਹੁੰਦਾ ਥਕਾਵਟ ਨਾਲ, ਉਮਰ ਦੇ ਹਿਸਾਬ ਨਾਲ ਵੀ। ਤੇ ਜਿਹੜੀ ਰੁਚੀ ਹੈ, ਇੰਟਰਸਟ ਤੇ ਸੂਝ ਪ੍ਰਭਾਵਿਤ ਕਰਦੇ ਨੇ। ਬਿਲਕੁਲ, ਪ੍ਰੇਰਨਾ ਵੀ ਪ੍ਰਭਾਵਿਤ ਕਰਦੀ ਹੈ, ਮਨ ਦਾ ਝੁਕਾਓ ਵੀ ਪ੍ਰਭਾਵਿਤ ਕਰਦਾ ਹੈ। ਤਾਂ ਤਿੰਨੇ ਆਪਸ਼ਨਾਂ ਨੇ ਜਿਹੜੀਆਂ ਆਪਣੀਆਂ ਬੈਸਟ ਨੇ, ਮਤਲਬ ਪ੍ਰਭਾਵਿਤ ਕਰਦੀਆਂ ਨੇ। ਤਾਂ ਉਪਰੋਕਤ ਸਾਰੇ ਵਾਲੇ ਆਪਸ਼ਨ ਆਪਾਂ ਸਿਲੈਕਟ ਕਰਾਂਗੇ। ਸਿੰਪਲ ਜਿਹਾ ਕੁਐਸਚਨ ਸੀ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਬਣਦੇ ਨੇ, ਤਾਂ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 7। ਤਾਂ ਜੋ 7 ਨੰਬਰ ਪ੍ਰਸ਼ਨ ਹੈ ਜੀ, ਇਸ ਨੂੰ ਧਿਆਨ ਨਾਲ ਸਮਝਿਓ। ਸਿੱਖਣ ਦੀ ਉਤੇਜਕ ਅਣੁਕਿਰਿਆ ਪੱਖ ਵਿੱਚ ਕਿਸ ਦਾ ਯੋਗਦਾਨ ਨਹੀਂ ਹੈ। ਮਤਲਬ ਕਿ ਜਿਹੜਾ ਆਪਾਂ ਨੇ ਇਹ ਪੜ੍ਹਿਆ ਸੀ ਨਾ, ਕਹਿ ਸਕਦੇ ਹਾਂ ਸਟਿਮੂਲਸ ਰਿਸਪੌਂਸ ਵਾਲਾ ਪਰਸਪੈਕਟਿਵ ਪੜ੍ਹਿਆ ਸੀ। ਇਹਦੇ ਵਿੱਚ ਕੀ ਸੀ, ਆਪਾਂ ਨੇ ਅਲੱਗ-ਅਲੱਗ ਥਿਊਰੀਜ਼ ਪੜ੍ਹੀਆਂ ਸੀ। ਤਾਂ ਉਹਨਾਂ ਦੇ ਵਿੱਚੋਂ ਇੱਕ ਥਿਊਰੀ ਜਿਹੜੀ ਉਹ ਆਪਾਂ ਨੇ SR ਪਰਸਪੈਕਟਿਵ ਦੇ ਵਿੱਚ ਨਹੀਂ ਪੜ੍ਹੀ। ਤਾਂ ਉਹਨਾਂ 'ਚੋਂ ਕਿਹੜੀ ਹੈ? ਤਾਂ ਦੇਖੋ ਜੀ, ਪੈਵਲੋਵ SR ਯਾਨੀ ਕਿ ਸਟਿਮੂਲਸ ਰਿਸਪੌਂਸ ਦੀ ਗੱਲ ਕਰਦਾ, ਨੋ ਪ੍ਰੋਬਲਮ। ਗੁਥਰੀ ਵੀ ਕਰਦਾ। ਅਤੇ ਥੋਰਨਡਾਈਕ ਦੇ ਨਿਯਮ 'ਚ ਵੀ ਕਿਤੇ ਨਾ ਕਿਤੇ ਸਿੱਧੇ ਤਰੀਕੇ ਨਾਲ ਇਸ ਚੀਜ਼ ਦੀ ਗੱਲ ਹੋਈ ਹੈ ਨਾ, ਸਟਿਮੂਲਸ ਰਿਸਪੌਂਸ ਦੀ। ਪਰ ਜਿਹੜਾ ਕੋਲਰ ਹੈ ਇਹ ਇਨਸਾਈਟ ਲਰਨਿੰਗ ਨਾਲ ਰਿਲੇਟਡ ਹੈ, ਠੀਕ ਹੈ ਜੀ। ਗੈਸਟਾਲਟਵਾਦੀ ਸੀ ਇਹ, ਤਾਂ ਇਹ ਵਿਵਹਾਰਵਾਦੀਆਂ ਦਾ ਮਤਲਬ ਕਹਿ ਸਕਦੇ ਓਪੋਜਿਟ ਹੀ ਸੀ, ਠੀਕ ਹੈ ਜੀ। ਤਾਂ ਗੈਸਟਾਲਟਵਾਦ ਵਾਲਾ ਆ ਗਿਆ। ਇਹ ਕੀ ਆਖਦਾ, ਇਨਸਾਈਟ ਲਰਨਿੰਗ ਦੀ ਗੱਲ ਕਰਦਾ, ਸੂਝ ਦੁਆਰਾ ਸਿੱਖਣ ਦੀ, ਅੰਤਰਦ੍ਰਿਸ਼ਟੀ ਦੁਆਰਾ ਸਿੱਖਣ ਦੀ ਇਹ ਗੱਲ ਕਰਦਾ। ਤਾਂ ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਸਟਿਮੂਲਸ ਰਿਸਪੌਂਸ ਪਰਸਪੈਕਟਿਵ ਵਿੱਚ ਇਸ ਦਾ ਕੋਈ ਯੋਗਦਾਨ ਨਹੀਂ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਡੀ ਆਪਸ਼ਨ ਜਿਹੜਾ ਇਹ ਸਾਡਾ ਰਾਈਟ ਆਨਸਰ ਹੋ ਜਾਣਾ ਸੀ। ਇਸ ਤੋਂ ਬਾਅਦ ਹੈ ਜੀ ਨੈਕਸਟ ਕੁਐਸਚਨ, ਪ੍ਰਸ਼ਨ ਨੰਬਰ 8। ਸਿੱਖਣ ਦੇ ਗਿਆਨਾਤਮਕ ਖੇਤਰੀ ਸਿਧਾਂਤ ਯਾਨੀ ਕਿ ਕੋਗਨੀਟਿਵ ਫੀਲਡ ਥਿਊਰੀ ਆਫ ਲਰਨਿੰਗ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਲ ਨਹੀਂ ਹੈ। ਇਹ ਜੀ ਨੂੰ ਧਿਆਨ ਦੇ ਜ਼ਰੂਰ ਰੱਖ ਲਿਆ ਕਰੋ। ਨਹੀਂ ਮਤਲਬ ਕਿ ਕੋਗਨੀਟਿਵ ਫੀਲਡ ਥਿਊਰੀ ਦੇ ਵਿੱਚ ਆਪਾਂ ਨੂੰ ਦੱਸਣਾ ਵੀ ਕਿਹੜੇ ਕਿਹੜੇ ਦੇਖੋ ਪਹਿਲਾਂ ਸ਼ਾਮਲ ਹੈਗੇ ਨਹੀਂ। ਇਨਸਾਈਟ ਲਰਨਿੰਗ ਵਾਲਾ ਹੈਗੇ ਹੈ, ਠੀਕ ਹੈ ਜੀ। ਕੋਲਰ, ਵਰਦੀਮਿਰ ਹੋਰ, ਕੌਫਕਾ ਹੋਰ, ਗੈਸਟਾਲਟਵਾਦ ਵਾਲੇ ਨੇ, ਉਹ ਸਾਰੇ ਕੋਗਨੀਟਿਵ ਫੀਲਡ ਥਿਊਰੀ ਦੀ ਗੱਲ ਕਰਦੇ ਨੇ। ਅਤੇ ਕੁਰਟਲੈਵਿਨ ਦਾ ਵੀ ਫੀਲਡ ਥਿਊਰੀ ਦੇ ਸਿਧਾਂਤ ਹੈਗੇ ਹੈ, ਨੋ ਪ੍ਰੋਬਲਮ। ਇਸ ਤੋਂ ਬਿਨਾਂ ਟਰਾਇਲ ਐਂਡ ਐਰਰ ਦੇਖਦੇ ਹਾਂ। ਅਤੇ ਟੋਲਮੈਨ ਵੀ ਕਹਿ ਸਕਦੇ ਆਪਾਂ ਕਿ ਕੋਗਨੀਟਿਵ ਫੀਲਡ ਥਿਊਰੀ ਦੀ ਗੱਲ ਕਰਦਾ ਹੈ। ਅਤੇ ਇਸ ਤੋਂ ਬਿਨਾਂ ਆਪਣੇ ਕੋਲ ਇੱਕ ਆਪਸ਼ਨ ਬਚੀ ਹੈ ਜੀ ਥਰਡ, ਟਰਾਇਲ ਐਂਡ ਐਰਰ, ਭੁੱਲ ਜਾਂ ਚੁੱਕ ਵਿਧੀ। ਤਾਂ ਇਹ ਤਾਂ ਵਿਵਹਾਰਵਾਦੀਆਂ ਨੇ ਦਿੱਤੀ ਹੈ ਨਾ, ਮਤਲਬ ਕਿ ਥੋਰਨਡਾਈਕ ਜਿਹੜੀ ਯਤਨ ਐਂਡ ਤਰੁੱਟੀ ਵਿਧੀ ਹੈ ਉਸੇ ਦਾ ਇੱਕ ਇਹ ਨਾਮ ਹੈ ਨਾ, ਭੁੱਲ ਜਾਂ ਚੁੱਕ ਵਿਧੀ। ਅਤੇ ਟਰਾਇਲ ਐਂਡ ਐਰਰ ਜਿਹੜੀ ਇਹ ਵਿਵਹਾਰਵਾਦੀ ਨੇ, ਇਹ ਮਤਲਬ ਕੋਗਨੀਟਿਵ ਫੀਲਡ ਦੇ ਵਿੱਚ ਨਹੀਂ ਸ਼ਾਮਲ ਹੈਗੇ, ਹੈ ਨਾ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਥਰਡ ਆਪਸ਼ਨ ਜਿਹੜਾ ਇਹ ਸਾਡਾ ਰਾਈਟ ਆਨਸਰ ਹੋ ਜਾਵੇਗਾ। ਅਤੇ ਇਸ ਤੋਂ ਬਾਅਦ ਆਪਾਂ ਹੁਣ ਨੈਕਸਟ ਕੁਐਸਚਨ ਡਿਸਕਸ ਕਰਾਂਗੇ। ਪ੍ਰਸ਼ਨ ਨੰਬਰ 9 ਸਕਰੀਨ 'ਤੇ ਹੈ ਜੀ। ਤਾਂ ਦੇਖੋ ਜੀ, ਦੁੱਖ ਸੁੱਖ ਦਾ ਸਿਧਾਂਤ ਯਾਨੀ ਕਿ ਪਲੈਜ਼ਰ ਔਰ ਪੇਨ ਥਿਊਰੀ ਕਿਸ ਦੁਆਰਾ ਦਿੱਤਾ ਗਿਆ ਹੈ। ਕੁਐਸਚਨ ਬੜਾ ਘੈਂਟ ਹੈ। ਤਾਂ ਦੇਖੋ ਜੀ, ਪੈਵਲੋਵ ਦੁਆਰਾ ਦਿੱਤਾ ਗਿਆ ਹੈ, ਜਾਂ ਫਿਰ ਥੋਰਨਡਾਈਕ ਦੁਆਰਾ, ਸਕਿਨਰ ਦੁਆਰਾ, ਜਾਂ ਫਿਰ ਟੋਲਮੈਨ ਦੁਆਰਾ। 4 ਆਪਸ਼ਨ ਦਿੱਤੀਆਂ ਗਈਆਂ ਨੇ, ਇਹਦੇ 'ਚੋਂ ਰਾਈਟ ਆਨਸਰ ਆਪਾਂ ਨੇ ਸਿਲੈਕਟ ਕਰਨਾ ਹੈ। ਤਾਂ ਦੇਖੋ ਜੀ, ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਪਲੈਜ਼ਰ ਅਤੇ ਪੇਨ ਦੀ ਗੱਲ ਹੈ, ਉਹ ਥੋਰਨਡਾਈਕ ਦੇ ਨਿਯਮ ਦੇ ਵਿੱਚ ਹੀ ਹੋਈ ਹੈ, ਯਤਨ ਅਤੇ ਤਰੁੱਟੀ ਵਾਲੇ ਦੇ ਵਿੱਚ ਹੀ ਹੋਈ ਹੈ। ਪਲੈਜ਼ਰ ਐਂਡ ਪੇਨ ਮਤਲਬ ਕਿ ਕੀ ਸੀ, ਜਿਵੇਂ ਉਹ ਉਸਨੇ ਬਿੱਲੀ ਦੇ ਉੱਤੇ ਸਿਧਾਂਤ ਕੀਤਾ ਸੀ, ਹੈ ਨਾ, ਵੀ ਬਿੱਲੀ ਦਾ ਉਸ ਲੀਵਰ ਦੇ ਉੱਤੇ ਪੰਜਾ ਵੱਜਿਆ ਤਾਂ ਉਹ ਬਾਹਰ ਆਈ, ਉਸਨੂੰ ਕੁਝ ਮਿਲਿਆ। ਹੁਣ ਬਾਹਰ ਆ ਕੇ ਜੇਕਰ ਉਹਨੂੰ ਖੁਸ਼ੀ ਮਿਲੀ, ਮਤਲਬ ਕਹਿ ਸਕਦੇ ਹਾਂ ਪਲੈਜ਼ਰ ਪ੍ਰਾਪਤ ਹੋਇਆ, ਹੈ ਨਾ, ਵੀ ਉਸਨੂੰ ਖਾਣਾ ਮਿਲਿਆ ਤਾਂ ਉਸਨੂੰ ਖੁਸ਼ੀ ਹੋਈ ਹੈ, ਤਾਂ ਉਹ ਕਿਰਿਆ ਨੂੰ ਦੁਬਾਰਾ ਕਰੇਗੀ। ਪਰ ਜੇਕਰ ਬਾਹਰ ਆ ਕੇ ਉਸਨੂੰ ਦੁੱਖ ਮਿਲਦਾ, ਬਾਹਰ ਆਉਣ 'ਤੇ ਉਸਨੂੰ ਮਾਰਿਆ ਜਾਂਦਾ, ਕੁੱਟਿਆ ਜਾਂਦਾ, ਤਾਂ ਉਸ ਨੂੰ ਪੇਨ ਹੋਣਾ ਸੀ। ਪੇਨ ਹੁੰਦਾ ਤਾਂ ਉਹ ਕੀ ਕਰਦੀ, ਉਹ ਕਿਰਿਆ ਨੂੰ ਦੁਬਾਰਾ ਨਾ ਕਰਦੀ। ਤਾਂ ਇਸ ਤਰੀਕੇ ਨਾਲ ਜਿਹੜੀ ਟਰਾਇਲ ਐਂਡ ਐਰਰ ਮੈਥਡ ਸੀ ਉਸ ਦਾ ਦੂਸਰਾ ਨਾਂ ਕਹਿ ਲਓ, ਜਾਂ ਉਸ ਦੇ ਵਿੱਚ ਇਹ ਕਨਸੈਪਟ ਵੀ ਸ਼ਾਮਲ ਹੈਗੇ ਹੈ, ਪੇਨ ਐਂਡ ਪਲੇਜ਼ਰ ਦਾ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਅਤੇ ਨਾਲ ਇੱਥੇ ਕਨਸੈਪਟ ਆਫ ਰਿਵਾਰਡ ਅਤੇ ਰੀਇਨਫੋਰਸਮੈਂਟ ਥਿਊਰੀ ਵੀ ਇਸ ਨੂੰ ਆਪਾਂ ਕਹਿ ਸਕਦੇ ਹਾਂ, ਨੋ ਪ੍ਰੋਬਲਮ, ਠੀਕ ਹੈ ਜੀ। ਰੀਇਨਫੋਰਸਮੈਂਟ ਥਿਊਰੀ ਇੱਥੇ ਬਹੁਤੇ ਐਵੇਂ ਉਲਝਣਗੇ, ਕਹਿਣਗੇ ਸਰ ਸਕਿਨਰ ਨਹੀਂ ਗੱਲ ਕਰਦਾ ਜੀ ਰੀਇਨਫੋਰਸਮੈਂਟ ਦੀ। ਬਿਲਕੁਲ ਕਰਦੇ ਜੀ ਗੱਲ, ਨੋ ਪ੍ਰੋਬਲਮ। ਤਾਂ ਰੀਇਨਫੋਰਸਮੈਂਟ ਥਿਊਰੀ ਇਹ ਕਿਤਾਬਾਂ ਦੇ ਵਿੱਚੋਂ ਹੀ ਚੱਕੀ ਆ ਮੈਂ ਕੀਵਰਡ। ਇਹ ਇੱਦਾਂ ਵੀ ਇਸ ਨੂੰ ਜਿਹੜੀ ਮਤਲਬ ਟਰਾਇਲ ਐਂਡ ਐਰਰ ਮੈਥਡ ਹੈ ਨਾ ਥੋਰਨਡਾਈਕ ਵਾਲਾ, ਇਸ ਨੂੰ ਰੀਇਨਫੋਰਸਮੈਂਟ ਥਿਊਰੀ ਵੀ ਲਿਖਿਆ ਮਿਲਦਾ ਹੈ। ਤਾਂ ਉਸ ਬੇਸ 'ਤੇ ਮੈਂ ਤੁਹਾਨੂੰ ਦੱਸ ਰਿਹਾ। ਅਤੇ ਕਨਸੈਪਟ ਆਫ ਰਿਵਾਰਡ ਵੀ ਇਹਦੇ 'ਚ ਆਉਂਦਾ ਹੈ, ਠੀਕ ਹੈ। ਇਹ ਤਾਂ ਮਤਲਬ ਉਹੀ ਚੀਜ਼ ਹੋ ਗਈ ਵੀ ਪਲੈਜ਼ਰ ਕਦੋਂ ਮਿਲੇਗਾ, ਜਦੋਂ ਉਹਨੂੰ ਕੁਛ ਰਿਵਾਰਡ ਦਿੱਤਾ ਜਾਵੇਗਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਚੀਜ਼ ਨੂੰ ਧਿਆਨ ਦੇ ਜੀ ਤੁਸੀਂ ਜ਼ਰੂਰ ਰੱਖਿਓ। ਇਸ ਤੋਂ ਬਾਅਦ ਹੈ ਜੀ
ਪ੍ਰਸ਼ਨ ਨੰਬਰ 10 ਪੈਵਲੋਵ ਦੇ ਸਿਧਾਂਤ ਅਨੁਸਾਰ ਅਨੁਕੂਲਿਤ ਉਤੇਜਕ ਯਾਨੀ ਕਿ ਕੰਡੀਸ਼ਨਡ ਸਟਿਮੂਲਸ ਐਂਡ ਅਨਅਨੁਕੂਲਿਤ ਉਤੇਜਕ ਯਾਨੀ ਕਿ ਅਨਕੰਡੀਸ਼ਨਡ ਸਟਿਮੂਲਸ ਜਦੋਂ ਇਹ ਦੋਨੋਂ ਹੀ ਇੱਕੋ ਸਮੇਂ ਵਾਪਰਦੇ ਨੇ ਤਾਂ ਸਿੱਟੇ ਵਜੋਂ ਹੁੰਦੀ ਹੈ। ਸਿੱਟੇ ਵਜੋਂ ਆਪਾਂ ਨੇ ਦੱਸਣਾ ਕੀ ਹੁੰਦਾ ਹੈ, ਇਹ ਆਪਾਂ ਨੇ ਥਿਊਰੀ ਵਿੱਚ ਤੁਹਾਨੂੰ ਦੱਸਿਆ ਵੀ ਸੀ। ਦੇਖੋ ਇਹਨੂੰ ਇੱਦਾਂ ਸਮਝੋ, ਇਹ ਹੈ ਕੰਡੀਸ਼ਨਡ ਸਟਿਮੂਲਸ ਯਾਨੀ ਕਿ CS ਪਲੱਸ ਕੀ ਦੱਸਿਆ ਸੀ ਤੁਹਾਨੂੰ ਅਨਕੰਡੀਸ਼ਨਡ ਸਟਿਮੂਲਸ। ਤਾਂ ਇਹ ਦੋਨੇ ਜਦੋਂ ਇੱਕੋ ਸਮੇਂ ਵਾਪਰਨਗੇ ਮਤਲਬ ਜੁੜਨਗੇ ਤਾਂ ਉਸ ਸਮੇਂ ਕੀ ਹੋਏਗਾ, ਮਤਲਬ ਕਿ ਦੇਖੋ ਜਿਹੜਾ ਇਹ ਹੈ ਆਪਣੇ ਕੋਲ ਕੰਡੀਸ਼ਨਡ ਸਟਿਮੂਲੈਂਸ ਹੈ, ਇਹ ਹੈ ਘੰਟੀ। ਪੈਵਲੋਵ ਦੇ ਸਿਧਾਂਤ ਅਨੁਸਾਰ ਜਦੋਂ ਕੁੱਤੇ ਦੇ ਸਾਹਮਣੇ ਭੋਜਨ ਨੂੰ ਪੇਸ਼ ਕੀਤਾ ਜਾਂਦਾ ਸੀ ਉਸ ਤੋਂ ਪਹਿਲਾਂ ਘੰਟੀ ਵਜਾਈ ਜਾਂਦੀ ਸੀ, ਅਤੇ ਅਨਕੰਡੀਸ਼ਨਡ ਸਟਿਮੂਲੈਂਸ ਕਿਹੜਾ ਸੀ, ਭੋਜਨ, ਹੈ ਨਾ। ਭੋਜਨ ਅਤੇ ਘੰਟੀ ਇੱਕੋ ਸਮੇਂ ਵਜਾਏ ਗਏ, ਠੀਕ ਹੈ। ਤਾਂ ਸਿੱਟੇ ਵਜੋਂ ਕੀ ਹੋਇਆ, ਸਿੱਟੇ ਵਜੋਂ ਆਪਾਂ ਨੇ ਇਹ ਦੱਸਣਾ ਵੀ ਕੰਡੀਸ਼ਨਡ ਰਿਸਪੌਂਸ ਹੋਇਆ ਜਾਂ ਅਨਕੰਡੀਸ਼ਨਡ ਰਿਸਪੌਂਸ ਹੋਇਆ ਜਾਂ ਫਿਰ ਐਕਸਟੈਂਸ਼ਨ ਹੋਇਆ, ਰਿਪੀਟੇਸ਼ਨ ਹੋਈ। ਇਹਦੇ ਵਿੱਚੋਂ ਬੈਸਟ ਆਪਸ਼ਨ ਆਪਾਂ ਨੇ ਸਿਲੈਕਟ ਕਰਨੀ ਹੈ। ਤਾਂ ਆਪਣਾ ਬੈਸਟ ਆਪਸ਼ਨ ਜਿਹੜਾ ਇਹ ਹੋ ਜਾਵੇਗਾ ਜੀ ਆਪਸ਼ਨ ਸੈਕਿੰਡ ਸਾਡਾ ਇਸ 'ਤੇ ਰਾਈਟ ਆਨਸਰ ਹੋਏਗਾ। ਤਾਂ ਅਨੁਕੂਲਿਤ ਅਨੁਕਿਰਿਆ ਹੋਈ। ਤਾਂ ਦੇਖੋ ਜੀ ਇੱਥੇ ਸਮਝਣ ਦੀ ਕੋਸ਼ਿਸ਼ ਕਰੋ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਇੱਥੇ ਕਿ UCR ਯਾਨੀ ਕਿ ਅਨਕੰਡੀਸ਼ਨਡ ਰਿਸਪੌਂਸ ਉੱਥੇ ਹੋਇਆ। ਤਾਂ ਦੋਸਤੋ ਇਹਨੂੰ ਸਮਝੋ, ਮੈਂ ਤੁਹਾਨੂੰ ਸਮਝਾਉਣਾ ਚਾਹਾਂਗਾ, ਥੋੜ੍ਹਾ ਜਿਹਾ ਆਪਾਂ ਇੱਥੇ ਸਮਾਂ ਕੱਢ ਕੇ ਇਹਨੂੰ ਸਮਝਾਂਗੇ ਆਪਾਂ। ਦੇਖੋ ਜੀ ਗੱਲ ਇੱਦਾਂ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਮਤਲਬ ਸਿਰਫ ਭੋਜਨ ਦਿੱਤਾ ਗਿਆ, ਭੋਜਨ ਕੀ ਸੀ, ਅਨਕੰਡੀਸ਼ਨਡ ਸਟਿਮੂਲੈਂਸ ਸੀ, ਠੀਕ ਹੈ ਜੀ, ਅਨਕੰਡੀਸ਼ਨਡ ਸਟਿਮੂਲੈਂਸ ਸੀ। ਤਾਂ ਜਿਹੜੀ ਮਤਲਬ ਰਿਸਪੌਂਸ ਹੋਇਆ ਉਹ ਵੀ ਅਨਕੰਡੀਸ਼ਨਡ ਰਿਸਪੌਂਸ ਹੋਇਆ। ਪਰ ਜਦੋਂ ਕੰਡੀਸ਼ਨਡ ਸਟਿਮੂਲਸ ਅਤੇ ਅਨਕੰਡੀਸ਼ਨਡ ਸਟਿਮੂਲਸ ਦੋਨੋਂ ਜੁੜ ਗਏ ਤਾਂ ਵੀ ਕੀ ਹੋਇਆ, ਅਨਕੰਡੀਸ਼ਨਡ ਰਿਸਪੌਂਸ ਹੋਇਆ। ਮਤਲਬ ਕਿ ਪਹਿਲਾਂ ਸਿਰਫ ਭੋਜਨ ਦਿੱਤਾ ਗਿਆ, ਫਿਰ ਜਿਹੜਾ ਇਹ ਕੰਡੀਸ਼ਨਡ ਸਟਿਮੂਲੈਂਸ ਇਹ ਘੰਟੀ ਨਾਲ ਘੰਟੀ ਵਜਾਈ ਗਈ ਅਤੇ ਭੋਜਨ ਦਿੱਤਾ ਗਿਆ ਤਾਂ ਵੀ ਕੀ ਹੋਇਆ, ਅਨਕੰਡੀਸ਼ਨਡ ਰਿਸਪੌਂਸ ਹੀ ਹੋਇਆ। ਪਰ ਇਸ ਤੋਂ ਬਾਅਦ ਥਰਡ ਸਟੈਪ ਕੀ ਆਏਗਾ, ਥਰਡ ਸਟੈਪ ਆਏਗਾ ਕਿ ਕੰਡੀਸ਼ਨਡ ਸਟਿਮੂਲੈਂਸ ਕਿਹੜਾ, ਮਤਲਬ ਕਿ ਸਿਰਫ ਘੰਟੀ ਵਜਾਈ ਗਈ ਲਾਸਟ ਦੇ ਵਿੱਚ, ਤਾਂ ਉਸ ਸਮੇਂ ਕੰਡੀਸ਼ਨਡ ਰਿਸਪੌਂਸ ਹੋਇਆ। ਲਾਸਟ ਦੇ ਵਿੱਚ ਸਿਰਫ ਕੰਡੀਸ਼ਨਡ ਰਿਸਪੌਂਸ ਹੋਇਆ। ਤਾਂ ਇਸ ਤਰੀਕੇ ਨਾਲ ਲਾਸਟ 'ਤੇ ਉਹਦੀ ਕੰਡੀਸ਼ਨਿੰਗ ਹੋ ਗਈ, ਜਿਸ ਦੇ ਬੇਸ 'ਤੇ ਉਹ ਕੁਝ ਸਿੱਖ ਗਿਆ। ਤਾਂ ਇਸ ਤਰੀਕੇ ਨਾਲ ਇਹ ਚੀਜ਼ ਨੂੰ ਧਿਆਨ ਦੇ ਕੇ ਰੱਖਿਓ, ਜਦੋਂ ਅਨਕੰਡੀਸ਼ਨਡ ਹੈ ਤਾਂ ਰਿਸਪੌਂਸ ਵੀ ਅਨਕੰਡੀਸ਼ਨਡ ਹੋਏਗਾ, ਜਦੋਂ ਕੰਡੀਸ਼ਨਡ ਅਤੇ ਅਨਕੰਡੀਸ਼ਨਡ ਹੈ ਤਾਂ ਰਿਸਪੌਂਸ ਅਨਕੰਡੀਸ਼ਨਡ ਹੋਏਗਾ, ਜਦੋਂ ਕੰਡੀਸ਼ਨਡ ਸਟਿਮੂਲਸ ਹੈ ਤਾਂ ਉੱਥੇ ਕੀ ਹੋਏਗਾ ਜੀ, ਕੰਡੀਸ਼ਨਡ ਰਿਸਪੌਂਸ ਹੀ ਹੋਏਗਾ। ਇਹ ਚੀਜ਼ ਨੂੰ ਆਪਾਂ ਨੇ ਉੱਥੇ ਥਿਊਰੀ ਦੇ ਵਿੱਚ ਹੋਰ ਵੀ ਵਧੀਆ ਤਰੀਕੇ ਨਾਲ ਸਮਝਿਆ ਸੀ, ਠੀਕ ਹੈ ਜੀ। ਉਹ ਚੀਜ਼ ਨੂੰ ਵੀ ਰਿਪੀਟ ਕਰ ਲਿਓ ਜੇਕਰ ਤੁਹਾਨੂੰ ਅਜੇ ਵੀ ਇਹਦੇ ਵਿੱਚ ਕੋਈ ਡਾਊਟ ਹੈਗੇ ਹੈ। ਅਦਰਵਾਈਜ਼ ਮੈਨੂੰ ਲੱਗਦਾ ਵਿੱਚ ਤੁਹਾਨੂੰ ਹੁਣ ਕੋਈ ਡਾਊਟ ਤਾਂ ਨਹੀਂ ਰਹਿਣਾ ਚਾਹੀਦਾ। ਤਾਂ ਇਹਦੇ ਵਿੱਚ ਆਪਣਾ ਰਾਈਟ ਆਨਸਰ ਹੋਏਗਾ ਜੀ ਆਪਸ਼ਨ ਸੈਕਿੰਡ, ਅਨਕੰਡੀਸ਼ਨਡ ਰਿਸਪੌਂਸ ਹੋਏਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 11 ਆਦਤ ਨਿਰਮਾਣ ਯਾਨੀ ਕਿ ਹੈਬਿਟ ਫਾਰਮੇਸ਼ਨ ਕਿਸ ਪ੍ਰਕਾਰ ਦਾ ਸਿੱਖਣਾ ਹੈ। ਆਦਤ ਬਣ ਜਾਂਦੀ ਹੈ ਆਪਣੀ, ਤਾਂ ਇਹ ਕਿਸ ਪ੍ਰਕਾਰ ਦਾ, ਗਿਆਨਾਤਮਕ ਹੈ ਯਾਨੀ ਕਿ ਕੋਗਨੀਟਿਵ, ਹੈ ਨਾ, ਜਾਂ ਫਿਰ ਸੂਝ ਦੁਆਰਾ ਸਿੱਖਣਾ, ਇਨਸਾਈਟ ਲਰਨਿੰਗ ਹੈ ਇਹ, ਜਾਂ ਫਿਰ ਗਤਿਆਤਮਕ ਸਿੱਖਣਾ ਕਹਿ ਸਕਦੇ ਆਪਾਂ ਕਿ ਮੋਟਰ ਲਰਨਿੰਗ ਹੈ ਨਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਅਨੁਕੂਲਨ ਸਿੱਖਣ, ਕੰਡੀਸ਼ਨਿੰਗ ਲਰਨਿੰਗ ਹੈ। ਤਾਂ ਇਹਦੇ 'ਚ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਕੰਡੀਸ਼ਨਿੰਗ ਲਰਨਿੰਗ ਯਾਨੀ ਕਿ ਅਨੁਕੂਲਨ ਸਿੱਖਣ ਹੀ ਹੋਏਗਾ, ਠੀਕ ਹੈ ਜੀ। ਤਾਂ ਮਤਲਬ ਕਿ ਆਦਤ ਕਦੋਂ ਬਣਦੀ ਹੈ, ਜਦੋਂ ਹੁਣ ਜਿਵੇਂ ਉਹ ਕੁੱਤੇ ਦੀ ਆਦਤ ਬਣ ਗਈ ਸੀ, ਉਹ ਘੰਟੀ 'ਤੇ ਵੀ ਕੀ ਹੁੰਦਾ ਸੀ, ਆਪਣੀਆਂ ਉਹਦੀਆਂ ਲਾਰਾਂ ਸੀ ਜਿਹੜੀਆਂ ਉਹ ਆਉਂਦੀਆਂ ਸੀ, ਰਿਸਪੌਂਸ ਕਰਦਾ ਸੀ, ਠੀਕ ਹੈ ਜੀ। ਤਾਂ ਇਹ ਉਸ ਦੀ ਕੀ ਸੀ, ਹੈਬਿਟ ਫਾਰਮੇਸ਼ਨ ਸੀ, ਠੀਕ ਹੈ ਜੀ। ਹੈਬਿਟ ਫਾਰਮੇਸ਼ਨ ਜਿਹੜੀ ਉਹ ਲਾ ਆਫ ਐਕਸਰਸਾਈਜ਼ ਦੇ ਵਿੱਚ ਵੀ ਆ ਜਾਂਦੀ ਹੈ ਨਾ, ਮਤਲਬ ਕਿ ਜਦੋਂ ਆਪਾਂ ਕਿਸੇ ਚੀਜ਼ ਦਾ ਵਾਰ-ਵਾਰ ਅਭਿਆਸ ਕਰਦੇ ਹਾਂ ਉਹਦੇ ਵਿੱਚ ਵੀ ਹੈਬਿਟ ਫਾਰਮੇਸ਼ਨ ਦਾ ਕੰਸੈਪਟ ਆਉਂਦਾ ਹੈ, ਠੀਕ ਹੈ ਜੀ। ਆਪਾਂ ਨੇ ਆਪਸ਼ਨ ਦੇਖਣੀ ਹੁੰਦੀ ਹੈ ਵੀ ਕਿਹੜੀ ਸਿਲੈਕਟ ਕਰਨੀ ਹੈ, ਕਿਹੜੀ ਸਭ ਤੋਂ ਬੈਸਟ ਹੈ। ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਨੀ ਹੈ ਜੀ। ਕੁਐਸਚਨ ਬੜੇ ਘੈਂਟ ਬਣਾਏ ਨੇ ਮੈਂ ਸਿਲੈਕਟ ਕਰਕੇ ਜਮਾਂ ਪੂਰੇ ਟੌਪਿਕ ਦੇ ਵਿੱਚੋਂ। ਇਹ ਕੁਐਸਚਨ ਮਤਲਬ ਤੁਸੀਂ ਨਵੇਂ ਹੀ ਪੜ੍ਹ ਰਹੇ ਹੋ, ਮੂਲ ਰੂਪ ਹੈ ਇਹਨਾਂ ਦਾ ਇਹ, ਠੀਕ ਹੈ। ਇਸ ਤੋਂ ਬਾਅਦ ਤਾਂ ਕੋਈ ਕਾਪੀ ਕਰਕੇ ਕਰਾ ਦੇ ਆਪਾਂ ਕਹਿ ਨਹੀਂ ਸਕਦੇ, ਠੀਕ ਹੈ। ਪੇਪਰ ਦੇ ਵਿੱਚ ਐਵੇਂ ਹੀ ਕੁਐਸਚਨ ਬਣਦੇ ਨੇ। ਪੇਪਰ ਨੂੰ ਦੇਖਿਆ ਮੈਂ, ਪੇਪਰ ਦਾ ਪਹਿਲਾਂ ਐਨਾਲਿਸਿਸ ਕੀਤਾ ਵੀ ਉਹਨਾਂ ਨੇ ਪੇਪਰ 'ਚ ਪੁੱਛਿਆ ਕਿਵੇਂ ਸੀ। ਪੇਪਰ 'ਚ ਉਹਨਾਂ ਨੇ ਪੈਵਲੋਵ ਤੋਂ ਸਿਧਾਂਤ ਪੁੱਛਿਆ, ਤਾਂ ਪੈਵਲੋਵ ਦੇ ਸਿਧਾਂਤ 'ਚੋਂ ਸਵਾਲ ਪੁੱਛਿਆ ਤਾਂ, ਪਰ ਇੰਨਾ ਡੀਪਲੀ ਪੁੱਛਿਆ ਵੀ ਉਸੇ ਤਰ੍ਹਾਂ ਫਿਰ ਮੈਂ ਇਹ ਕੁਐਸਚਨ ਤਿਆਰ ਕੀਤੇ ਨੇ। ਇਹਦੇ 'ਚ ਦੇਖਿਓ ਤੁਸੀਂ, ਪੈਵਲੋਵ ਦੇ ਪ੍ਰਯੋਗ ਵਿੱਚ ਕੁੱਤੇ ਨੂੰ ਭੋਜਨ ਦੇਣ ਤੋਂ ਪਹਿਲਾਂ ਵਾਰ-ਵਾਰ ਘੰਟੀ ਵਜਾਈ ਗਈ ਤਾਂ ਕਿ ਉਹ ਉਤੇਜਕਾਂ ਦੇ ਸੰਬੰਧ ਨੂੰ ਸਮਝ ਸਕੇ। ਤਾਂ ਇਹ ਕਿਸ ਕਾਰਕ ਨੂੰ ਪੇਸ਼ ਕਰਦਾ ਹੈ, ਮਤਲਬ ਕਿ ਅਜਿਹਾ ਕਿਉਂ ਕੀਤਾ ਗਿਆ, ਮਤਲਬ ਕਿ ਵਾਰ-ਵਾਰ ਘੰਟੀ ਵਜਾਉਣਾ ਕੀ ਸੀ।
ਤਾਂ ਇਹ ਸਧਾਰਨੀਕਰਨ ਸੀ, ਜਨਰਲਾਈਜੇਸ਼ਨ ਸੀ, ਜਾਂ ਫਿਰ ਇਹ ਪ੍ਰੇਰਨਾ ਸੀ, ਜਾਂ ਫਿਰ ਵਿਲੋਪ ਸੀ, ਜਾਂ ਫਿਰ ਦੁਹਰਾਈ ਸੀ। ਇਹਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਦੇਖੋ, ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਕਹਿੰਦੇ ਵੀ ਵਾਰ-ਵਾਰ ਘੰਟੀ ਵਜਾਈ ਗਈ, ਮਤਲਬ ਕਿ ਨਾਲ ਘੰਟੀ ਵਜਾਈ ਗਈ, ਭੋਜਨ ਦਿੱਤਾ ਗਿਆ, ਘੰਟੀ ਵਜਾਈ ਗਈ, ਵਾਰ-ਵਾਰ ਘੰਟੀ ਕਿਉਂ ਵਜਾਈ? ਤਾਂ ਕਿ ਉਸ ਦੇ ਮਨ ਵਿੱਚ ਦੁਹਰਾਈ, ਰਿਪੀਟੇਸ਼ਨ ਦੇ ਕਾਰਨ ਉਸ ਦੇ ਮਨ ਵਿੱਚ ਚੀਜ਼ ਬਹਿ ਜੇ, ਉਹਦੀ ਕੰਡੀਸ਼ਨਿੰਗ ਹੋ ਜੇ, ਰਿਪੀਟੇਸ਼ਨ ਕੀਤੀ ਗਈ। ਤਾਂ ਇੱਥੇ ਕਿਹੜਾ ਫੈਕਟਰ ਕੰਮ ਕਰ ਰਿਹਾ ਸੀ? ਰਿਪੀਟੇਸ਼ਨ ਦਾ, ਦੁਹਰਾਈ ਦਾ ਕਨਸੈਪਟ ਕਹਿ ਲਓ, ਫੈਕਟਰ ਕਹਿ ਲਓ, ਕੰਮ ਕਰ ਰਿਹਾ ਸੀ। ਕਿਉਂਕਿ ਜਿਹੜਾ ਰਿਪੀਟੇਸ਼ਨ ਦਾ ਫੈਕਟਰ ਹੈ ਇਹ ਇਸ ਦੀ ਥਿਊਰੀ ਨੂੰ ਪ੍ਰਭਾਵਿਤ ਕਰਦਾ ਹੈ, ਠੀਕ ਹੈ ਜੀ, ਇਸ ਦੀ ਥਿਊਰੀ ਨੂੰ ਪ੍ਰਭਾਵਿਤ ਕਰਦਾ ਇਹ। ਤਾਂ ਇਸ ਕਰਕੇ ਇੱਥੇ ਰਿਪੀਟੇਸ਼ਨ ਦੀ ਇੰਪੋਰਟੈਂਸ ਹੈਗੀ ਹੈ, ਅਤੇ ਇਹ ਰਿਪੀਟੇਸ਼ਨ ਹੀ ਸੀ, ਵਾਰ-ਵਾਰ ਘੰਟੀ ਵਜਾਉਣਾ, ਠੀਕ ਹੈ ਜੀ। ਅਤੇ ਅਜਿਹਾ ਕਿਉਂ ਕੀਤਾ ਗਿਆ? ਤਾਂ ਅਜਿਹਾ ਤਾਂ ਕੀਤਾ ਗਿਆ ਤਾਂ ਕਿ ਉਹ ਕੀ ਕਰ ਲਏ, ਉਤੇਜਕਾਂ ਦੇ ਸੰਬੰਧ ਨੂੰ ਸਮਝੇ ਵੀ ਹੁਣ ਘੰਟੀ ਵੱਜੀ, ਹੁਣ ਇਹ ਜਿਹਾ ਆਵਾਜ਼ ਆਈ ਹੈ, ਖੜਕਾ ਹੋਇਆ, ਤਾਂ ਭੋਜਨ ਵੀ ਆਉਣ ਵਾਲਾ ਹੈ। ਅਤੇ ਇਸ ਤੋਂ ਬਿਨਾਂ ਸਧਾਰਨੀਕਰਨ ਦਾ ਇਹ ਸੀ ਵੀ ਉਹ ਸਾਰੀਆਂ ਚੀਜ਼ਾਂ ਨੂੰ ਮਤਲਬ ਸਮਾਨ ਸਮਝਣ ਲੱਗ ਜੇ। ਪ੍ਰੇਰਨਾ ਕੀ ਸੀ? ਉਹ ਜਿਹੜੀ ਉਸ ਦੀ ਭੁੱਖ ਹੈ ਉਹ ਪ੍ਰੇਰਨਾ ਦਾ ਕੰਮ ਕਰ ਰਹੀ ਹੈ। ਵਿਲੋਪ ਕੀ ਹੈ? ਵੀ ਜੇਕਰ ਉਸ ਨੂੰ ਇਕੱਲੀ ਘੰਟੀ ਵਜਾਈ ਗਈ, ਭੋਜਨ ਦਿੱਤਾ ਗਿਆ, ਪਹਿਲੇ ਦਿਨ ਉਸ ਦੀਆਂ ਲਾਰਾਂ ਆਉਣਗੀਆਂ, ਰਿਸਪੌਂਸ ਕਰੂਗਾ। ਅਗਲੇ ਦਿਨ ਫੇਰ ਘੰਟੀ ਵਜਾਈ ਗਈ, ਭੋਜਨ ਨਾ ਦਿੱਤਾ ਗਿਆ, ਘੱਟ ਲਾਰਾਂ ਆਉਣਗੀਆਂ। ਫਿਰ ਤੀਸਰੇ ਦਿਨ ਇਦੋਂ ਘੱਟ, ਚੌਥੇ ਦਿਨ ਇਦੋਂ ਘੱਟ, ਹੌਲੀ ਹੌਲੀ ਜਿਹੜਾ ਉਹ ਰਿਸਪੌਂਸ ਕਰਨਾ ਬੰਦ ਕਰ ਦੂਗਾ। ਤਾਂ ਉਸ ਦੀ ਜਿਹੜੀ ਮਤਲਬ ਕੰਡੀਸ਼ਨਿੰਗ ਸੀ ਉਹ ਵਿਲੋਪ ਹੋ ਜੂਗੀ, ਲੁਪਤ ਹੋ ਜੂਗੀ, ਖਤਮ ਹੋ ਜੂਗੀ, ਠੀਕ ਹੈ ਜੀ। ਇਸ ਤਰੀਕੇ ਨਾਲ ਇਹਨੂੰ ਆਪਾਂ ਨੇ ਸਮਝ ਲਿਆ ਹੈ। ਤਾਂ ਇਸ ਤੋਂ ਬਾਅਦ ਨੈਕਸਟ ਕੁਐਸਚਨ ਸਮਝਦੇ ਹਾਂ ਜੀ ਆਪਾਂ, ਗੁਪਤ ਸਿੱਖਣ ਯਾਨੀ ਕਿ ਲੇਟੈਂਟ ਲਰਨਿੰਗ ਦਾ ਕਨਸੈਪਟ ਜਿਹੜਾ ਉਹ ਕਿਸ ਨੇ ਦਿੱਤਾ ਹੈ? ਤਾਂ ਇਹ ਆਪਾਂ ਨੇ ਦੱਸਣਾ ਹੈ। ਤਾਂ ਇਹ ਰਿਪੀਟਡ ਕੁਐਸਚਨ ਹੈ ਜੀ, ਪਹਿਲਾਂ ਮਤਲਬ HRET ਦੇ ਵਿੱਚ ਪੁੱਛੇ ਜਾ ਚੁੱਕੇ ਹੈ, ਠੀਕ ਹੈ ਜੀ। ਲੇਟੈਂਟ ਲਰਨਿੰਗ ਤਾਂ ਦੇਖੋ ਜੀ, ਪੈਵਲੋਵ ਨੇ ਦਿੱਤਾ ਇਹ, ਥੋਰਨਡਾਈਕ ਨੇ, ਕਾਰਟਲੈਵਿਨ ਨੇ, ਜਾਂ ਫਿਰ ਟੋਲਮੈਨ ਨੇ। ਸਿੰਪਲ ਜੀ ਗੱਲ ਹੈ, ਟੋਲਮੈਨ ਨੇ ਇਹ ਲੇਟੈਂਟ ਲਰਨਿੰਗ ਦਾ ਕਨਸੈਪਟ ਦਿੱਤਾ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋਗੇ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਸਮਝਦੇ ਹਾਂ ਜੀ, ਕੁਐਸਚਨ ਨੰਬਰ 14, ਖੇਡਣਾ, ਨੱਚਣਾ, ਖਾਣਾ ਕਿਸ ਪ੍ਰਕਾਰ ਦਾ ਸਿੱਖਣਾ ਹੈ? ਤਾਂ ਇਹਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਕੋਈ ਖੇਡ ਰਿਹਾ ਹੈ, ਨੱਚ ਰਿਹਾ ਹੈ, ਤਾਂ ਉਹਦੇ ਵਿੱਚ ਉਸ ਦੀਆਂ ਜਿਹੜੀਆਂ ਕਹਿ ਸਕਦੇ ਆਪਾਂ ਕਿ ਗਤੀ ਕਰ ਰਿਹਾ ਉਹ, ਹੈ ਨਾ, ਉਸ ਦੀਆਂ ਮਾਸਪੇਸ਼ੀਆਂ ਸ਼ਾਮਲ ਨੇ, ਉਸ ਦਾ ਸਰੀਰ ਗਤੀ ਕਰ ਰਿਹਾ ਹੈ। ਤਾਂ ਇਹ ਕੀ ਹੋ ਗਿਆ ਜੀ? ਗਤਿਆਤਮਕ ਸਿੱਖਣਾ ਹੋ ਗਿਆ। ਕੋਗਨੀਸ਼ਨ ਨਾਲ, ਗਿਆਨ ਨਾਲ ਕੋਈ ਸੰਬੰਧ ਨਹੀਂ ਇਹਦਾ, ਵਤੀਰਾਤਮਕ ਨਾਲ ਕੋਈ ਸੰਬੰਧ ਨਹੀਂ, ਅਤੇ ਇਹ ਸਿੱਖਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੈਗਾ। ਇਹ ਆਪਸ਼ਨ ਤਾਂ ਹੋ ਹੀ ਨਹੀਂ ਸਕਦੀ। ਹੁਣ ਖੇਡਣਾ, ਨੱਚਣਾ, ਖਾਣਾ ਇਹ ਵੀ ਤਾਂ ਮਤਲਬ ਲਰਨਿੰਗ ਹੀ ਹੈ, ਹੈ ਨਾ, ਸਿੱਖਣ ਪ੍ਰੋਸੈਸ ਦੇ ਵਿੱਚ ਸ਼ਾਮਲ ਹੋਏਗਾ। ਤਾਂ ਇਸ ਤੋਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਰਹੇਗੀ ਜੀ ਗਤਿਆਤਮਕ ਸਿੱਖਣਾ, ਠੀਕ ਹੈ ਜੀ। ਤਾਂ ਮੋਟਰ ਲਰਨਿੰਗ ਇਸ ਦੇ ਵਿੱਚ ਆਪਣੀ ਕਹਿ ਸਕਦੇ ਹਾਂ ਹੋ ਰਹੀ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਇਹ 14th ਕੁਐਸਚਨ ਦਾ ਸੀ ਆਪਸ਼ਨ ਰਾਈਟ ਆਨਸਰ ਹੋਣਾ ਸੀ। ਨੈਕਸਟ ਕੁਐਸਚਨ ਹੈ ਜੀ, ਉਪਯੋਗ ਅਤੇ ਅਨੁਪਯੋਗ ਦਾ ਨਿਯਮ ਯਾਨੀ ਕਿ ਲਾ ਆਫ ਯੂਜ਼ ਔਰ ਡਿਸਯੂਜ਼ ਸਿੱਖਣ ਦੇ ਕਿਹੜੇ ਪ੍ਰਾਇਮਰੀ ਨਿਯਮ ਦਾ ਉਪ ਨਿਯਮ ਹੈ, ਜਾਂ ਕਹਿ ਲਓ ਵੀ ਕਿਹੜੇ ਪ੍ਰਾਇਮਰੀ ਨਿਯਮ ਦੇ ਵਿੱਚ ਇਹ ਸ਼ਾਮਲ ਹੈ, ਠੀਕ ਹੈ। ਲਾ ਆਫ ਯੂਜ਼ ਔਰ ਡਿਸਯੂਜ਼ ਤਾਂ ਇੱਥੇ ਦੱਸ ਦਈਏ, ਦਿੱਤਾ ਗਿਆ ਜੀ ਇਹ ਮਤਲਬ ਕਿ ਥੋਰਨਡਾਈਕ ਹੈ ਜਿਹੜਾ ਉਹ ਪ੍ਰਾਇਮਰੀ ਨਿਯਮ ਦੀ ਗੱਲ ਕਰਦਾ ਤਿੰਨ ਦੀ। ਉਹ ਜਿਹੜੇ ਤਿੰਨ ਨਿਯਮ ਦਿੱਤੇ ਨੇ ਥੋਰਨਡਾਈਕ ਨੇ, ਉਹਨਾਂ ਦੇ ਵਿੱਚੋਂ ਆਪਾਂ ਨੇ ਇਹ ਕੁਐਸਚਨ ਜਿਹੜਾ ਤਿਆਰ ਕੀਤਾ ਹੈ। ਤਾਂ ਦੇਖੋ ਜੀ, ਪ੍ਰਭਾਵ ਦਾ ਨਿਯਮ ਹੈ, ਜਾਂ ਫਿਰ ਲਾ ਆਫ ਐਕਸਰਸਾਈਜ਼ ਹੈ, ਲਾ ਆਫ ਰੈਡੀਨੈਸ ਹੈ, ਜਾਂ ਫਿਰ ਲਾ ਆਫ ਰੀਨੈਂਸੀ ਹੈ। ਤਾਂ ਦੇਖੋ ਦੋਸਤੋ, ਨਵੀਨਤਾ ਜਿਹੜਾ ਨਿਯਮ ਹੈ ਇਹ ਤਾਂ ਆ ਹੀ ਨਹੀਂ ਸਕਦਾ ਆਨਸਰ, ਕਿਉਂਕਿ ਇਹ ਤਾਂ ਪ੍ਰਾਇਮਰੀ ਨਿਯਮ ਹੈ ਹੀ ਨਹੀਂ। ਤਾਂ ਆਪਸ਼ਨ ਤਾਂ ਰਹਿ ਗਈਆਂ ਆਪਣੇ ਕੋਲ ਤਿੰਨ। ਇਫੈਕਟ ਦੀ ਵੀ ਕੋਈ ਗੱਲ ਨਹੀਂ ਇਹਦੇ 'ਚ, ਰੈਡੀਨੈਸ ਦੀ ਵੀ ਕੋਈ ਗੱਲ ਨਹੀਂ। ਤਾਂ ਆਪਣੇ ਕੋਲ ਇੱਕ ਆਪਸ਼ਨ ਬਚਦੀ ਹੈ, ਅਭਿਆਸ ਦਾ ਨਿਯਮ, ਲਾ ਆਫ ਐਕਸਰਸਾਈਜ਼। ਸਿੰਪਲ ਜੀ ਗੱਲ ਹੈ, ਜਿਸ ਚੀਜ਼ ਦਾ ਆਪਾਂ ਅਭਿਆਸ ਕਰਦੇ ਰਹਾਂਗੇ, ਉਪਯੋਗ ਕਰਦੇ ਰਹਾਂਗੇ, ਉਹ ਚੀਜ਼ ਆਪਾਂ ਸਿੱਖੇ ਰਹਾਂਗੇ। ਜਿਹੜੀ ਚੀਜ਼ ਦਾ ਆਪਾਂ ਨੇ ਅਨੁਪਯੋਗ ਯਾਨੀ ਕਿ ਉਪਯੋਗ ਕਰਨਾ ਬੰਦ ਕਰਤਾ, ਉਹ ਚੀਜ਼ ਆਪਾਂ ਭੁੱਲਦੇ ਜਾਵਾਂਗੇ। ਤਾਂ ਇੱਥੇ ਅਭਿਆਸ ਹੀ ਕੰਮ ਕਰ ਰਿਹਾ ਹੈ। ਅਭਿਆਸ ਦਾ ਨਿਯਮ 15ਵੇਂ ਦਾ ਇਹ ਸਾਡਾ ਰਾਈਟ ਆਨਸਰ ਹੋਣਾ ਸੀ। ਤਾਂ ਲਾਸਟ ਵਿੱਚ ਇੱਕ ਕੁਐਸਚਨ ਛੱਡ ਕੇ ਜਾ ਰਹੇ ਹਾਂ ਤੁਹਾਡੇ ਲਈ ਸਵਾਲ ਇਹ, ਠੀਕ ਹੈ। ਤਾਂ ਉਮੀਦ ਹੈ ਕਿ ਤੁਸੀਂ ਹੁਣ ਇਹ ਸਵਾਲ ਦਾ ਆਨਸਰ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਦੇ ਦੋਗੇ, ਠੀਕ ਹੈ ਜੀ। ਹੁਣ ਇਹ 'ਚ ਤਾਂ ਕੋਈ ਬਾਹਲਾ ਟਫ ਕੰਮ ਤਾਂ ਰਿਹਾ ਨਹੀਂ। ਅਤੇ ਇੱਕ ਗੱਲ ਹੋਰ, ਜੇ ਤੁਸੀਂ ਇਹਦਾ ਵੀ ਜਵਾਬ ਨਾ ਦੇ ਸਕੇ ਨਾ, ਮੈਂ ਇਹ ਮੰਨੂਗਾ ਵੀ ਤੁਸੀਂ ਕਲਾਸਾਂ ਦੇਖੀ ਨਹੀਂ, ਤੁਸੀਂ ਟੌਪਿਕ ਦੇਖੇ ਨਹੀਂ, ਸਿੱਖਣ ਦਾ ਟੌਪਿਕ ਜਿਹੜਾ ਆਪਣੇ ਅਲੱਗ-ਅਲੱਗ ਕਲਾਸਾਂ ਦੇ ਵਿੱਚ ਕੀਤਾ ਹੈ। ਜੇ ਤੁਸੀਂ ਇਹਦਾ ਜਵਾਬ ਨਾ ਦਿੱਤਾ ਤਾਂ ਇਹਦਾ ਮਤਲਬ ਤੁਸੀਂ ਬਸ ਡਾਇਰੈਕਟ MCQ ਵਾਲੀ ਵੀਡੀਓ 'ਤੇ ਆ ਗਏ, ਤਾਂ ਉਹਦੇ ਨਾਲ ਉਧਾਰ ਨਹੀਂ ਹੋਣਾ, ਠੀਕ ਹੈ। ਅਤੇ ਇੱਕ ਲਾਸਟ ਵਿੱਚ ਮੈਨੂੰ ਇਹ ਦੱਸਿਓ ਵੀ ਤੁਹਾਡੇ 15 ਦੇ ਵਿੱਚੋਂ ਕਿੰਨੇ ਨੰਬਰ ਨੇ ਜਿਹੜੇ ਉਹ ਬਣਦੇ ਨੇ, ਠੀਕ ਹੈ ਜੀ। 15 ਦੇ ਵਿੱਚ ਤੁਹਾਡੇ ਕਿੰਨੇ ਨੰਬਰ ਬਣਦੇ ਨੇ? ਇੱਕ ਗੱਲ ਹੋਰ, 15 ਦੇ ਵਿੱਚ ਜੇਕਰ ਤੁਹਾਡੇ 12+ ਨੰਬਰ ਬਣਦੇ ਨੇ ਤਾਂ ਤੁਹਾਡੀ ਤਿਆਰੀ ਬੈਸਟ ਹੈ। ਜੇਕਰ 12 ਤੋਂ ਘੱਟ ਬਣੇ ਤੁਹਾਡੇ, ਤਾਂ ਇਹਦਾ ਮਤਲਬ ਤੁਹਾਨੂੰ ਲੋੜ ਹੈ ਜੀ ਤਿਆਰੀ ਕਰਨ ਦੀ ਹੋਰ, ਠੀਕ ਹੈ। ਤਾਂ ਇਹ ਗੱਲ ਨੂੰ ਮੇਰੀ ਧਿਆਨ ਦੇ ਵਿੱਚ ਰੱਖਿਓ। ਤਾਂ ਲਾਸਟ ਕੁਐਸਚਨ 16 ਨੰਬਰ ਕੁਐਸਚਨ, 16 ਨੰਬਰ ਪਾ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਥੋਰਨਡਾਈਕ ਅਨੁਸਾਰ ਕਿਹੜਾ ਸਿੱਖਣ ਦਾ ਸੈਕੰਡਰੀ ਨਿਯਮ ਨਹੀਂ ਹੈ। 4 ਆਪਸ਼ਨ ਦਿੱਤੀਆਂ ਗਈਆਂ, ਨਵੀਨਤਾ ਦਾ ਨਿਯਮ, ਅਪਣੰਤ ਦਾ ਨਿਯਮ, ਤਤਪਰਤਾ ਦਾ ਨਿਯਮ, ਜਾਂ ਫਿਰ ਉਤੇਜਕ ਦੀ ਤੀਬਰਤਾ, ਠੀਕ ਹੈ ਜੀ। ਜਿਹੜੇ ਤੁਸੀਂ ਨੰਬਰ ਦੱਸੋਗੇ ਨਾ ਮੈਨੂੰ, ਉਹ ਪਹਿਲੇ 15 ਦੇ ਵਿੱਚ ਦੱਸੋਗੇ ਜੀ
ਕਿੰਨੇ ਬਣੇ ਨੇ, ਠੀਕ ਹੈ, ਪਹਿਲੇ 15 ਦੇ ਵਿੱਚੋਂ। ਇਹ 16ਵੇਂ ਦਾ ਨਹੀਂ ਨੰਬਰ ਵਿੱਚ ਐਡ ਕਰਨਾ, ਤਾਂ ਕਮੈਂਟ ਬਾਕਸ ਦੇ ਵਿੱਚ ਹੀ ਤੁਸੀਂ ਆਨਸਰ ਦੱਸਣਾ ਹੈ। ਤਾਂ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮੱਚ।